ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਸਟੋਰੀ ਆਫ ਦਾ ਡੇ ਵਿਜ਼ਨ ਸਪੈਸ਼ਲ। ਲੰਘੀ 15 ਤਰੀਕ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇੱਕ ਝੜਪ ਹੁੰਦੀ ਹੈ। ਇਹ ਕੋਈ ਹੋਰ ਲੋਕ ਨਹੀਂ ਸਗੋਂ ਕਿ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਸੀ। ਬੜੀ ਨਿੰਦਣਯੋਗ ਘਟਨਾ ਵਾਪਰੀ ਹੈ। ਸੋਸ਼ਲ ਮੀਡੀਆ ਉੱਤੇ ਟੀਵੀ ਚੈਨਲਾਂ ਦੇ ਉੱਤੇ ਰੋਜ਼ ਇਸ ਮਸਲੇ ਉੱਤੇ ਹੁਣ ਚਰਚਾ ਕੀਤੀ ਜਾ ਰਹੀ ਹੈ ਕਿ ਸਿੱਖਾਂ ਦੀ ਸਿਰਮੌਰ ਜਥੇਬੰਦੀ ਵੱਲੋਂ ਇਸ ਤਰ੍ਹਾਂ ਕੁੱਟਮਾਰ ਕਿਉਂ ਕੀਤੀ ਗਈ ਅਤੇ ਕੁੱਟਮਾਰ ਹੋਈ ਹੈ ਤਾਂ ਹੋਈ ਵੀ ਸਿੱਖਾਂ ਦੇ ਨਾਲ ਹੈ, ਪੱਗਾਂ ਵੀ ਸਿੱਖਾਂ ਦੀਆਂ ਲੱਥੀਆਂ ਨੇ। ਤਾਂ ਇਸ ਉੱਤੇ ਕਈ ਸਵਾਲ ਖੜੇ ਹੋਏ ਨੇ। ਮੰਗ ਕੀਤੀ ਜਾ ਰਹੀ ਸੀ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਾਪਤਾ ਹੋ ਗਏ ਨੇ ਉਸ ਸੰਬੰਧੀ ਜੋ ਜਾਂਚ ਕੀਤੀ ਜਾ ਰਹੀ ਹੈ ਉਹ ਨਿਰਪੱਖਤਾ ਨਾਲ ਹੋਵੇ ਅਤੇ ਜੋ ਗੁਨਾਹਗਾਰ ਨੇ ਉਹਨਾਂ ਨੂੰ ਸਜ਼ਾਵਾਂ ਮਿਲਣ। ਪਰ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇਹ ਸਾਡਾ ਨਿੱਜੀ ਮਾਮਲਾ ਅਤੇ ਇਸ ਉੱਤੇ ਕਾਰਵਾਈ ਅਸੀਂ ਖੁਦ ਹੀ ਕਰਾਂਗੇ। ਇਸ ਮਸਲੇ ਨੂੰ ਨਾ ਤਾਂ ਪੁਲਿਸ ਕੋਲ ਲਿਜਾਇਆ ਜਾਵੇਗਾ ਅਤੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਇਹ ਗੁਨਾਹ ਬਹੁਤ ਵੱਡਾ ਹੈ ਅਤੇ ਇਸ ਉੱਤੇ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ। ਸਜ਼ਾਵਾਂ ਤਾਂ ਖੈਰ ਹੋਣੀਆਂ ਹੀ ਨੇ, ਪਰ ਸਭ ਤੋਂ ਵੱਡਾ ਤਾਂ ਸਵਾਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਆਖਰ ਗਏ ਤਾਂ ਗਏ ਕਿੱਥੇ? ਉਸ ਦੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ? ਭਾਵੇਂ ਜੋ ਮੁਲਾਜ਼ਮ ਨੇ ਉਹ ਦੋਸ਼ੀ ਨੇ ਉਹਨਾਂ ਨੂੰ ਫੜ ਲਿਆ ਗਿਆ ਤੇ SGPC ਕਹਿ ਰਹੀ ਹੈ ਕਿ ਇਹਨਾਂ ਨੂੰ ਅਸੀਂ ਆਪਣੇ ਮੁਤਾਬਿਕ ਹੀ ਸਜ਼ਾ ਦੇਵਾਂਗੇ, ਪਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਜੋ ਉਹਨਾਂ ਨੇ ਗੁਨਾਹ ਕੀਤਾ ਹੈ ਉਸ ਦੇ ਸੰਬੰਧ ਵਿੱਚ 338 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜੋ ਲਾਪਤਾ ਹੋਏ ਨੇ ਆਖਰ ਉਹਨਾਂ ਨੇ ਦਿੱਤੇ ਕਿਸ ਨੂੰ ਨੇ? SGPC ਨੇ ਤੇ ਆ ਕੇ ਪੱਲਾ ਝਾੜ ਲਿਆ ਕਿ ਉਹਨਾਂ ਮੁਲਾਜ਼ਮਾਂ ਦੇ ਵੱਲੋਂ ਗੁਰੂ ਗ੍ਰੰਥ ਦੇ ਸਰੂਪਾਂ ਦੀ ਬਣਦੀ ਜਿੰਨੀ ਭੇਟਾ ਆ ਉਹ ਜਮ੍ਹਾਂ ਕਰਵਾਈ ਜਾਵੇਗੀ। ਕੀ ਪੈਸੇ ਜਮ੍ਹਾਂ ਕਰਾਉਣ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ? ਵੱਡਾ ਸਵਾਲ ਤਾਂ ਇਹ ਹੈ ਕਿ ਆਖਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਏ ਤਾਂ ਗਏ ਕਿੱਥੇ? ਕਿਉਂਕਿ ਆਏ ਦਿਨ ਪਿਛਲੇ ਲੰਮੇ ਕਈ ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਅਤੇ ਜੋ ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗਲੀਆਂ ਦੇ ਵਿੱਚ ਖਿਲਾਰੇ ਜਾਂਦੇ ਨੇ ਉਹ ਕਿੱਥੋਂ ਆਉਂਦੇ ਨੇ? ਤਾਂ ਕਿਤੇ ਨਾ ਕਿਤੇ ਇਹ ਜਿਹੜੀ ਤਾਰ ਹੈ ਉੱਥੇ ਵੀ ਜੁੜਦੀ ਸੀ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਾਪਤਾ ਕੀਤੇ ਗਏ ਨੇ, ਕਿਤੇ ਉਹ RS ਕੋਲ ਤਾਂ ਨਹੀਂ, ਕਿਤੇ ਉਹ ਡੇਰਾ ਸਿਰਸਾ ਤਾਂ ਨਹੀਂ ਗਏ। ਤਾਂ ਸਭ ਤੋਂ ਵੱਡੀ ਕਾਰਵਾਈ ਤੇ ਇਸ ਉੱਤੇ ਹੋਣੀ ਚਾਹੀਦੀ, ਜਾਂਚ ਤਾਂ ਇਹ ਹੋਣੀ ਚਾਹੀਦੀ ਸੀ ਕਿ ਆਖਰ 338 ਪਾਵਨ ਸਰੂਪ ਗਏ ਤਾਂ ਗਏ ਕਿੱਥੇ, ਜਿਸ ਦੇ ਸੰਬੰਧ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਸ਼੍ਰੋਮਣੀ ਕਮੇਟੀ ਦੀ ਕਾਰਜਗੁਜ਼ਾਰੀ ਉੱਤੇ ਸਵਾਲ ਚੁੱਕੇ ਨੇ। ਪਰ ਇਸ ਦੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਤਿਕਾਰ ਕਮੇਟੀ ਉੱਤੇ ਹੀ ਇਲਜ਼ਾਮ ਲਾ ਦਿੱਤਾ ਕਿ ਜੋ ਤੁਸੀਂ ਪੰਜਾਬ ਦੇ ਵੱਖ-ਵੱਖ ਜਿਹੇ ਡੇਰੇ ਸਨ, ਭਾਵੇਂ ਉਹ ਕਬਰਾਂ ਸਨ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਪ੍ਰਕਾਸ਼ ਕੀਤੇ ਹੋਏ ਸਨ, ਉੱਥੋਂ ਤੁਸੀਂ ਲਿਆਂਦੇ ਨੇ, ਆਖਰ ਉਹ ਕਿੱਥੇ ਨੇ? ਸੋ ਇੱਕ ਦੂਜੇ ਦੀਆਂ ਗਲਤੀਆਂ ਕੱਢਣ ਦੇ ਵੱਲ ਜਿਹੜੀਆਂ ਕਮੇਟੀਆਂ ਤੁਰ ਪਈਆਂ ਨੇ, ਪਰ ਜਵਾਬ ਦੇਣ ਨੂੰ ਕੋਈ ਵੀ ਤਿਆਰ ਨਹੀਂ। ਸੋ ਲੰਘੀ 15 ਤਰੀਕ ਨੂੰ ਸਿੱਖ ਸੰਗਤਾਂ ਵੱਲੋਂ ਸਤਿਕਾਰ ਕਮੇਟੀ ਵੱਲੋਂ ਉੱਥੇ ਧਰਨਾ ਦਿੱਤਾ ਜਾਣਾ ਸੀ, ਪਰ ਜੇਕਰ ਗੱਲ ਕਰੀਏ ਤਾਂ ਕੁੱਟਮਾਰ ਹੁੰਦੀ ਹੈ, ਧਰਨੇ ਵਾਲੀ ਜਗ੍ਹਾ 'ਤੇ ਤਮਾਸ਼ਾ ਬਣਦਾ ਹੈ, ਮੀਡੀਆ ਦੇ ਨਾਲ ਹੀ ਬਦਤਮੀਜ਼ੀ ਕੀਤੀ ਜਾਂਦੀ ਆ। ਤਾਂ ਕਿਤੇ ਨਾ ਕਿਤੇ ਜੋ ਟਾਸਕ ਫੋਰਸ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ, ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਸਨ, ਉਹਨਾਂ ਵੱਲੋਂ ਇਹ ਵਿਰੋਧ ਕੀਤਾ ਗਿਆ ਕਿ ਕਿਉਂ ਦਿਖਾਇਆ ਜਾ ਰਿਹਾ ਹੈ ਕੁਝ। ਪਰ ਹੁਣ ਸਮੁੱਚੇ ਜੇਕਰ ਦੁਨੀਆ ਦੇ ਵਿੱਚ ਕਰੀਏ ਤਾਂ ਸਿੱਖ ਕੌਮ ਦੇ ਲਈ ਬੜਾ ਨਪੋਸ਼ੀ ਵਾਲਾ ਪਲ ਹੈ। ਫਿਲਹਾਲ ਮੋਰਚਾ ਉੱਥੇ ਲਗਾਤਾਰ ਜਾਰੀ ਹੈ। ਸਿੱਖ ਸੰਗਤਾਂ ਵੱਲੋਂ ਜੋ ਉੱਥੇ ਟੀਨਾ ਲਗਾ ਕੇ ਸੰਗਤਾਂ ਨੂੰ ਰੋਕਿਆ ਜਾ ਰਿਹਾ ਕਿ ਧਰਨੇ ਵਾਲੀ ਜਗ੍ਹਾ 'ਤੇ ਨਾ ਜਾਇਆ ਜਾਵੇ, ਉਸ ਦੇ ਸੰਬੰਧ ਵਿੱਚ ਹੀ ਪ੍ਰਦਰਸ਼ਨ ਹੋ ਰਿਹਾ। ਫਿਲਹਾਲ ਹੁਣ ਤੱਕ ਜਦ ਤੱਕ ਆਪਾਂ ਖਬਰ ਪ੍ਰਸਾਰਿਤ ਕਰ ਰਹੇ ਹਾਂ, ਹਾਲੇ ਤੱਕ ਉੱਥੋਂ ਟੀਨਾ ਜਿਹੜੀਆਂ ਹਟਾਈਆਂ ਨਹੀਂ ਗਈਆਂ ਤੇ ਆਉਣ ਵਾਲੀ ਕੱਲ੍ਹ ਨੂੰ 16 ਤਰੀਕ ਨੂੰ ਦਲ ਖਾਲਸਾ ਵੱਲੋਂ ਵੀ ਮੰਜੀ ਹਾਲ ਦੀਵਾਨ ਦੇ ਵਿੱਚ ਜਿਹੜੀ ਇੱਕ ਮੀਟਿੰਗ ਰੱਖੀ ਗਈ ਸੀ, ਜਿਸ ਉੱਤੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ 1-2 ਦਿਨਾਂ ਦੇ ਵਿੱਚ ਕੀ ਕਾਰਵਾਈ ਸਿੱਖ ਸੰਗਤ ਅਤੇ ਜਥੇਬੰਦੀਆਂ ਵੱਲੋਂ ਕੀਤੀ ਜਾਣੀ ਉਸ ਉੱਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਫਿਲਹਾਲ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਜਿੱਥੇ ਧਰਨਾ ਲੱਗਿਆ ਹੋਇਆ ਉੱਥੇ ਦਾ ਕੀ ਮਾਹੌਲ ਹੈ, ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ। 328 ਲਾਪਤਾ ਹੋਏ ਸਰੂਪਾਂ ਦੇ ਮਾਮਲੇ 'ਤੇ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਦਰਬਾਰ ਸਾਹਿਬ 'ਚ SGPC ਦੇ ਦਫ਼ਤਰ ਦੇ ਬਾਹਰ ਜਿਹੜਾ ਮੋਰਚਾ ਹੈ ਉਹ ਖੋਲ੍ਹਿਆ ਗਿਆ ਹੈ। ਬੀਤੇ ਦਿਨ ਹੀ ਉਸ ਮੋਰਚੇ ਦੇ ਚਾਰ ਦੀਵਾਰੀ ਜਿਹੜੀਆਂ ਟੀਨਾਂ ਲਗਾ ਦਿੱਤੀਆਂ ਗਈਆਂ ਸੀ ਤੇ ਕਿਸੇ ਵੀ ਸਿੱਖ ਆਗੂ ਨੂੰ ਉੱਥੇ ਜਾਣ ਨਹੀਂ ਸੀ ਦਿੱਤਾ ਜਾ ਰਿਹਾ। ਹਾਲਾਂਕਿ ਕੱਲ੍ਹ ਜਦੋਂ ਸਿੱਖ ਆਗੂ ਉੱਥੇ ਜਾਣ ਲੱਗੇ ਤੇ SGPC ਦੀ ਟਾਸਕ ਫੋਰਸ ਦੇ ਵਿਚਾਲੇ ਕਾਫੀ ਝੜਪ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਹੁਣ ਸਾਡੇ ਨਾਲ ਨਰੈਣ ਸਿੰਘ ਚੋੜਾ ਜੀ ਮੌਜੂਦ ਨੇ, ਮੋਰਚੇ ਤੋਂ ਹੋ ਕੇ ਆਏ ਆ, ਅਸੀਂ ਗੱਲਬਾਤ ਕਰਦੇ ਹਾਂ। ਨਰੈਣ ਸਿੰਘ ਜੀ ਅੰਦਰ ਗਏ ਜੇ ਮੋਰਚੇ 'ਚ, ਕੀ ਗੱਲਬਾਤ ਹੋਈ ਸਿੱਖ ਆਗੂ ਨਾਲ? ਵੇਖੋ ਜੀ, ਉਹ ਆਪਣਾ ਜਿਸ ਮੰਤਵ ਨੂੰ ਲੈ ਕੇ ਉਹਨਾਂ ਨੇ ਮੋਰਚਾ ਲਾਇਆ ਸੀ ਉਹਦੇ ਤੇ ਦਿਰੜ ਨੇ। ਉਹ ਕਹਿੰਦੇ ਨੇ ਕਿ ਅਸੀਂ ਉਹਦੇ ਉੱਤੇ ਅਰਦਾਸ ਕਰਕੇ ਮੋਰਚਾ ਲਾਇਆ ਤੇ ਪੂਰੀ ਤਰ੍ਹਾਂ ਨਿਭਾਂਗੇ, ਤੇ ਉਹ ਉੱਥੇ ਡਟੇ ਆ। ਤੇ ਰੋਕਾਂ ਜਿਹੜੀਆਂ ਲੱਗੀਆਂ ਨੇ ਉਹ ਸਾਰੀਆਂ ਤੁਹਾਡੇ ਸਾਹਮਣੇ ਨੇ, ਪੂਰੀ ਦੁਨੀਆ ਵੀ ਵੇਖ ਰਹੀ ਆ, ਸਿੱਖ ਜਗਤ ਵੀ ਵੇਖ ਰਿਹਾ ਤੇ ਇਹਨੂੰ ਵਾਚ ਵੀ ਰਿਹਾ
ਤੇ ਇਹ ਵੀ ਮਹਿਸੂਸ ਕਰ ਰਿਹਾ ਕਿ ਇਹ ਜੋ ਕੁਝ ਵੀ ਹੋ ਰਿਹਾ ਇਹ ਠੀਕ ਨਹੀਂ ਹੋ ਰਿਹਾ। ਇਹਦੇ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਦੀ ਜਿਹੜੀ ਪਵਿੱਤਰਤਾ ਵਾ ਉਹਨੂੰ ਆਂਚ ਆ ਰਹੀ ਆ। ਤੇ ਅਗਲੀ ਗੱਲ ਹੈ ਜਿਹੜੀ ਭਾਈ ਕੱਲ ਸਾਡੀ ਮੀਟਿੰਗ ਆ, ਉਹਦੇ ਵਿੱਚ ਕੀ ਰੁੱਖ ਅਖਤਿਆਰ ਕਰਨਾ ਉਹ ਮੀਟਿੰਗ ਦੇ ਵਿੱਚ ਵਿਚਾਰ ਕਰਨ ਤੋਂ ਬਾਅਦ ਪਤਾ ਚੱਲੇਗਾ। ਪਰ ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਆ, ਇਹ ਵੀ ਆਪਣੇ ਨੁਮਾਇੰਦੇ ਜਿਹੜੇ ਉਹ ਮੀਟਿੰਗ ਦੇ ਵਿੱਚ ਭੇਜਣਗੇ, ਆਪਣੀ ਗੱਲ ਰੱਖਣਗੇ ਤੇ ਇਹਨਾਂ ਦੀ ਗੱਲ ਦੇ ਉੱਤੇ ਵੀ ਪੂਰੀ ਗੰਭੀਰਤਾ ਦੇ ਨਾਲ ਵਿਚਾਰ ਕੀਤਾ ਜਾਵੇਗਾ। ਜਿਹੜੀ ਕੱਲ ਘਟਨਾ ਵਾਪਰੀ ਆ ਕੱਲ ਦੀ ਮੀਟਿੰਗ ਦੇ ਵਿੱਚ ਉਹਦੇ ਉੱਤੇ ਵੀ ਵਿਚਾਰ ਕਰਕੇ ਤੇ ਉਹਦੇ ਬਾਰੇ ਵੀ ਆਪਣਾ ਪ੍ਰਤੀਕਰਮ ਜ਼ਾਹਰ ਕੀਤਾ ਚੋੜਾ ਜਾਵੇਗਾ। ਸਾਹਿਬ, ਤੁਹਾਡੀ ਵੀ 14 ਤਰੀਕ ਨੂੰ ਪਹਿਲਾਂ ਮੀਟਿੰਗ ਦੀ ਸ਼ੁਰੂਆਤ ਸੀ, ਲੇਕਿਨ ਜਿਹੜਾ ਝਗੜਾ ਨਾ ਹੋਵੇ, ਇਸ ਤਰ੍ਹਾਂ ਦੀ ਝੜਪਣਾ ਹੋਵੇ, ਉਸ ਦੇ ਚੱਲਦਿਆਂ ਤੁਸੀਂ ਮੀਟਿੰਗ 17 ਤਰੀਕ ਨੂੰ ਕੀਤੀ ਸੀ। ਲੇਕਿਨ ਮੋਰਚਾ ਹਜੇ ਵੀ ਜਾਰੀ ਹੈ ਕਿ ਮੀਟਿੰਗ ਕੱਲ 17 ਨੂੰ ਫਾਈਨਲ ਕੀਤੀ ਜਾਵੇਗੀ ਜਾਂ ਅੱਗੇ ਵਧਾਈ ਜਾ ਸਕਦੀ ਹੈ? ਨਹੀਂ, ਬਿਲਕੁਲ ਕੱਲ ਜ਼ਰੂਰ ਮੀਟਿੰਗ ਕੀਤੀ ਜਾਵੇਗੀ। ਉਹ ਇਸ ਕਰਕੇ ਅੱਗੇ ਪਾਈ ਗਈ ਸੀ ਕਿਉਂਕਿ ਸਤਿਕਾਰ ਕਮੇਟੀਆਂ ਨੇ ਮੋਰਚੇ ਦਾ ਐਲਾਨ ਕੀਤਾ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਨੇ ਆਪਣਾ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਸੀ ਕਿ ਮੰਜੀ ਸਾਹਿਬ ਦੀਵਾਨ ਹਾਲ ਦੀ ਵਰਤੋਂ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ। ਤੇ ਅਸੀਂ ਇਹ ਮਹਿਸੂਸ ਕੀਤਾ ਸੀ ਕਿ ਜਦੋਂ ਗੈਰ ਜ਼ਿੰਮੇਵਾਰਾਨਾ ਧਮਕੀ ਭਰਿਆ ਤਣਾਅ ਪੈਦਾ ਕਰਨ ਵਾਲਾ ਬਿਆਨਬਾਜ਼ੀ ਹੋਣੀ ਸ਼ੁਰੂ ਹੋ ਜੇ ਤੇ ਫਿਰ ਇੱਥੇ ਕੋਈ ਨਾ ਕੋਈ ਘਟਨਾ ਜ਼ਰੂਰ ਵਾਪਰੇਗੀ। ਅਸੀਂ ਜੋ ਮਹਿਸੂਸ ਕੀਤਾ ਸੀ ਉਹ ਕੱਲ ਘਟਨਾ ਵਾਪਰ ਗਈ। ਉਹਦੇ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਦੀ ਪਵਿੱਤਰਤਾ ਵੀ ਭੰਗ ਹੋਈ ਆ। ਉਹਦੇ ਨਾਲ ਸਿੱਖਾਂ ਦੀਆਂ ਆਪਸ ਵਿੱਚ ਪੱਗਾਂ ਵੀ ਲੱਥੀਆਂ ਨੇ, ਸੱਟਾਂ ਵੀ ਲੱਗੀਆਂ ਨੇ ਤੇ ਉਹ ਭਾਣਾ ਜਿਹੜਾ ਵਾਪਰਿਆ ਉਹ ਕੋਈ ਚੰਗੀ ਗੱਲ ਨਹੀਂ, ਉਹ ਨਹੀਂ ਵਾਪਰਨਾ ਚਾਹੀਦਾ, ਪਰ ਹੁਣ ਵਾਪਰ ਗਿਆ ਵਾ। ਪਰ ਅੱਗੇ ਤੋਂ ਵੀ ਹਰ ਸਿੱਖ ਨੂੰ ਸਿੱਖ ਹੋਣ ਨਾਤੇ ਆਪਣੇ ਦਰਬਾਰ ਸਾਹਿਬ ਸਮੂਹ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਕਾਇਮ ਕਰਨਾ ਤੇ ਖਾਲਸੇ ਦੀ ਅਣਖ ਦਾ ਪ੍ਰਗਟਾਵਾ ਕਰਨਾ ਆਪਣਾ ਫਰਜ਼ ਸਮਝਣਾ ਚਾਹੀਦਾ ਵਾ। ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹੋਣ ਜਾਂ ਕੋਈ ਜਥੇਬੰਦੀ ਇਹਦੇ ਨਾਲ ਸੰਬੰਧਿਤ ਸਿੰਘ ਹੋਵੇ, ਸਾਰਿਆਂ ਨੂੰ ਪਹਿਲ ਇਸ ਪਵਿੱਤਰ ਸਥਾਨ ਦੇ ਸਤਿਕਾਰ ਨੂੰ, ਮਰਜ਼ਾਦਾ ਨੂੰ ਕਾਇਮ ਰੱਖਣ ਦੀ ਦੇਣੀ ਚਾਹੀਦੀ ਆ ਤੇ ਦੂਜੇ ਨੰਬਰ ਤੇ ਆਪਣੀਆਂ ਜਥੇਬੰਦੀਆਂ, ਆਪਣੀਆਂ ਸੰਸਥਾਵਾਂ ਨੂੰ ਸਮਝਣਾ ਚਾਹੀਦਾ। ਸਿੱਖ ਦੀ ਦਸਤਾਰ ਦੀ ਬਹੁਤ ਅਹਿਮੀਅਤ ਹੈ। ਜੇ ਕਿਸੇ ਸਿੱਖ ਦੀ ਦਸਤਾਰ ਲੱਥਦੀ ਹੈ ਤੇ ਐਸਜੀਪੀਸੀ ਪਹਿਲੇ ਮੰਗ ਪੱਤਰ ਲੈ ਕੇ ਜਾਂ ਉਸ ਤੇ ਮਾਮਲਾ ਦਰਜ ਕਰਵਾਉਣ ਲਈ ਅੱਗੇ ਆਂਦੀ, ਲੇਕਿਨ ਕੱਲ ਐਸਜੀਪੀਸੀ ਦੇ ਟਾਸਕ ਫੋਰਸ ਵੱਲੋਂ ਹੀ ਸਿੱਖਾਂ ਦੀਆਂ ਦਸਤਾਰਾਂ ਇਸ ਤਰ੍ਹਾਂ ਲਾਈਆਂ ਗਈਆਂ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈਆਂ। ਤੁਹਾਡੀ ਕੀ ਪ੍ਰਤੀਕਿਰਿਆ ਇਸ ਤੇ? ਵੇਖੋ, ਅਸੀਂ ਤੇ ਆਪਣੀ ਪ੍ਰਤੀਕਿਰਿਆ ਕੱਲ੍ਹ ਹੀ ਜ਼ਾਹਰ ਕਰ ਦਿੱਤੀ ਸੀ ਭਾਈ ਇਹ ਜਿਹੜਾ ਕਦਮ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਇਹ ਖਾਲਸਾਈ ਸੁਰ ਵਿੱਚ ਨਹੀਂ, ਇਹ ਸਰਕਾਰੀ ਤੰਤਰ ਅਨੁਸਾਰ ਪੁਲਸੀਆ ਲਹਿਜੇ ਵਿੱਚ ਪੁੱਟਿਆ ਗਿਆ ਕਦਮ ਆ ਤੇ ਇਹਨੇ ਸਿੱਖ ਕੌਮ ਦੀ ਹੇਠੀ ਵੀ ਕਰਾਈ ਆ, ਸਿੱਖ ਦੀ ਦਸਤਾਰ ਵੀ ਰੋਲੀ ਆ, ਸਿੱਖ ਦੇ ਕਕਾਰਾਂ ਦੀ ਬੇਅਦਬੀ ਵੀ ਹੋਈ ਆ ਤੇ ਦਰਬਾਰ ਸਾਹਿਬ ਸਮੂਹ ਦੀ ਪਵਿੱਤਰਤਾ ਵੀ ਜਿਹੜੀ ਆ ਭੰਗ ਹੋਈ ਆ। ਤੇ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨੂੰ ਠੀਕ ਢੰਗ ਨਾਲ ਨਾ ਨਿਭਾਉਣ ਦੇ ਵਿੱਚ ਅਸਫਲ ਰਹੀ ਆ ਤੇ ਇਸ ਦੋਸ਼ ਦੀ ਲਈ ਵੀ ਉਹ ਖਾਲਸਾ ਪੰਥ ਦੇ ਕਟਹਿਰੇ ਵਿੱਚ ਆਉਣ ਵਾਲੇ ਸਮੇਂ 'ਚ ਤੁਹਾਡੇ ਜਥੇਬੰਦੀ ਵੱਲੋਂ ਇਹ ਮੋਰਚੇ 'ਚ ਆ ਕੇ ਸ਼ਾਮਿਲ ਹੋਇਆ ਜਾਏਗਾ ਕੱਲ ਦੀ ਮੀਟਿੰਗ ਤੋਂ ਬਾਅਦ? ਵੇਖੋ, ਇਹ ਮੋਰਚੇ ਲਾਉਣ ਵਾਲਿਆਂ ਦੇ ਨੁਮਾਇੰਦੇ ਵੀ ਉੱਥੇ ਮੀਟਿੰਗ ਦੇ ਵਿੱਚ ਹਾਜ਼ਰ ਹੋ ਕੇ ਆਪਣੇ ਵਿਚਾਰ ਦੇਣਗੇ। ਉੱਥੇ ਵੀ ਜਿਹੜੀਆਂ ਜਥੇਬੰਦੀਆਂ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੀਆਂ ਉਹਨਾਂ ਦੇ ਨੁਮਾਇੰਦੇ ਆਪਣੇ ਵਿਚਾਰ ਕਰਨਗੇ। ਸੁਹਿਰਦ ਵਿਚਾਰਾਂ ਕਰਨ ਤੋਂ ਬਾਅਦ ਇੱਕ ਪੈਂਤੜਾ ਲਿਖਿਆ ਜਾਵੇਗਾ ਔਰ ਸਾਡਾ ਯਤਨ ਇਹ ਹੋਵੇਗਾ ਕਿ ਇਹ ਕਿਉਂਕਿ ਮਸਲਾ ਸਮੁੱਚੇ ਸਿੱਖ ਜਗਤ ਦਾ ਵਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨਾਲ ਜੁੜਿਆ ਵਾ ਤੇ ਇਸ ਕਰਕੇ ਇਸ ਸਤਿਕਾਰ ਨੂੰ ਕਾਇਮ ਰੱਖਣ ਵਾਸਤੇ ਹਰ ਸਿੱਖ ਦਾ ਫਰਜ਼ ਬਣਦਾ ਵਾ ਕਿ ਉਹ ਇੱਕ ਸੋਚ, ਇੱਕ ਪਹੁੰਚ ਤੇ ਇੱਕ ਪੈਂਤੜਾ ਖਾਲਸਾਈ ਸੁਰ ਵਿੱਚ ਆ ਕੇ ਅਪਣਾਵੇ। ਜੀ ਬਿਲਕੁਲ, ਇਹ ਸੀ ਨਰੈਣ ਸਿੰਘ ਚੋੜਾ ਜਿਨ੍ਹਾਂ ਨੇ ਕਿ ਹੁਣ ਅੰਦਰ ਜਿਹੜੇ ਮੋਰਚੇ ਤੇ ਬੈਠੇ ਸਿੰਘ ਆ ਉਹਨਾਂ ਨੂੰ ਮਿਲ ਕੇ ਆਏ ਆ। ਹਾਲਾਂਕਿ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜੀਆਂ ਟੀਨਾਂ ਹੈ
ਉਹ ਲਗਾਈਆਂ ਗਈਆਂ। ਹਾਲਾਂਕਿ ਕੱਲ ਜਿਹੜਾ ਐਸਜੀਪੀਸੀ ਨੂੰ ਜਿਹੜਾ ਇੱਕ 7 ਮੈਂਬਰੀ ਕਮੇਟੀ ਮਿਲ ਕੇ ਆਈ ਸੀ, ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਟੀਨਾਂ ਜਿਹੜੀਆਂ ਹੈ ਉਹ ਉਤਾਰ ਦਿੱਤੀਆਂ ਜਾਣਗੀਆਂ ਦੇਰ ਰਾਤ, ਲੇਕਿਨ ਟੀਨਾਂ ਜਿਹੜੀਆਂ ਨਹੀਂ ਉਤਾਰੀਆਂ ਗਈਆਂ, ਜਿਸ ਦੇ ਚੱਲਦਿਆਂ ਅੱਜ ਟੀਨਾਂ ਉਸੇ ਤਰ੍ਹਾਂ ਹੈ। ਸਵੇਰੇ ਕਈ ਸਿੱਖ ਜਥੇਬੰਦੀਆਂ 'ਚ ਟਕਰਾਵ ਦੀ ਜਿਹੜੀ ਸਥਿਤੀ ਹੈ ਉਹ ਵੀ ਬਣੀ ਸੀ। ਖਾਲਸਾ ਸਾਹਿਬ ਮੋਰਚਾ ਚੱਲ ਰਿਹਾ, ਅੱਜ ਤੀਸਰਾ ਦਿਨ ਜਾਰੀ ਹੈ, ਲੇਕਿਨ ਮੀਡੀਆ ਨੂੰ ਉੱਥੇ ਤੱਕ ਜਾਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਟੀਨਾਂ ਲੱਗੀਆਂ ਹੋਈਆਂ। ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕੀ ਮਾਹੌਲ ਹੈ ਅੰਦਰ ਮੋਰਚੇ ਦਾ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਰਚੇ ਦਾ ਮਾਹੌਲ ਬਹੁਤ ਸੁਖਾਵਾਂ ਜੀ। ਮੋਰਚਾ ਜਾਰੀ ਆ, ਨਿਰੰਤਰ ਜਾਰੀ ਆ। ਜਿਹੜਾ ਮੋਰਚੇ ਦੀ ਆਪਾਂ ਪਹਿਲਾਂ ਵੀ ਗੱਲ ਹੋਈ ਸੀ ਉਸੇ ਤਰ੍ਹਾਂ ਜਾਰੀ ਹੈ। ਪਰ ਜਿਹੜੀਆਂ ਕੱਲ ਕਮਿਟਮੈਂਟਾਂ ਹੋਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ, ਉੱਚ ਅਧਿਕਾਰੀਆਂ ਦੇ ਨਾਲ, ਉਹਦੇ ਵਿੱਚ ਇਹ ਹੋਈਆਂ ਸਨ ਵੀ ਜਿਹੜਾ ਟੀਨਾਂ ਨੇ ਉਹ ਹਟਾਈਆਂ ਜਾਣਗੀਆਂ, ਪਰ ਉਹਦਾ ਕੋਈ ਸਮਾਂ ਨਿਸ਼ਚਿਤ ਨਹੀਂ ਸੀਗਾ ਕਿ ਹੁਣੇ ਹਟਾਈਆਂ ਜਾਣਗੀਆਂ ਜਾਂ ਕੱਲ ਹਟਾਈਆਂ ਜਾਣਗੀਆਂ, ਕਿਉਂਕਿ ਇਹਨਾਂ ਦਾ ਇੱਕ ਪ੍ਰੋਸੀਜਰ ਹੁੰਦਾ। ਅੱਜ ਇਹਨਾਂ ਦੇ ਜਿਹੜੇ ਹੁਣੇ ਵੀ ਜਸਟ ਗੱਲ ਹੋ ਕੇ ਹਟੀ ਹੈ, ਜਿਹੜੇ ਵੀ ਮੋਤਬਾਰ ਇਹਨਾਂ ਦੇ ਮੈਂਬਰ ਸਾਹਿਬਾਨ ਨੇ ਉਹ ਆ ਰਹੇ ਨੇ। ਉਸ ਤੋਂ ਬਾਅਦ ਆ ਕਰਕੇ ਤੇ ਜਿਹੜਾ ਟੀਨਾਂ ਦਾ ਜਿਹੜਾ ਸਿਸਟਮ ਆ ਉਹ ਕਰਕੇ ਤੇ ਸ਼ਾਮ ਤੱਕ ਆਸ ਆ, ਕਿਹਾ ਗਿਆ ਰਿਹਾ ਸਾਨੂੰ ਕਿ ਸ਼ਾਮ ਤੱਕ ਸਾਨੂੰ ਆਸ ਆ ਕਿ ਟੀਨਾਂ ਜਿਹੜੀਆਂ ਉਹ ਹਟਾਈਆਂ ਜਾਣਗੀਆਂ। ਪਰ ਦੂਸਰੀ ਗੱਲ ਜਿਹੜੀ ਮੋਰਚੇ ਦੇ ਸੰਗਤ ਦੀ ਜਾਣਦੀ ਆ, ਉਹ ਛੋਟਾ ਰਸਤਾ ਸਾਈਡ ਵਾਲਾ ਜਿਹੜਾ ਉਹ ਖੁੱਲ੍ਹਿਆ ਹੋਇਆ ਵਾ, ਉਹਦੇ ਰਾਹੀਂ ਜਿਹੜੀ ਸੰਗਤ ਜਾਂਦੀ ਹੈ। ਪਰ ਕਈ ਵਾਰੀ ਕੀ ਹੁੰਦਾ ਵੀ ਕੋਈ ਸੇਵਾਦਾਰ ਨਵੇਂ ਆ ਜਾਂਦੇ ਨੇ, ਜਾਂ ਕੋਈ ਜਾਣਬੁੱਝ ਕੇ ਵੀ ਹੁੰਦਾ ਵੀ ਕਈ ਬੰਦੇ ਮਾਹੌਲ ਕ੍ਰੀਏਟ ਕਰ ਦਿੰਦੇ ਨੇ, ਰੋਕ ਦਿੰਦੇ ਨੇ ਕਿਸੇ ਨੂੰ, ਫਿਰ ਉਹ ਥੋੜ੍ਹਾ ਬਹੁਤਾ ਤਲਖੀ ਵਾਲਾ ਮਾਹੌਲ ਹੋ ਜਾਂਦਾ। ਪਰ ਨਿਰੰਤਰ ਜਿਹੜਾ ਸੰਗਤ ਨੂੰ ਆ, ਅਸੀਂ ਇਸੇ ਕਰਕੇ ਇੱਥੇ ਆਪ ਖੜ ਜਾਂਦੇ ਆ ਕਈ ਵਾਰੀ, ਕਿਉਂਕਿ ਸਾਨੂੰ ਤਾਂ ਹੁਣ ਡਿਊਟੀ ਆ ਸਾਡੀ, ਸੇਵਾਦਾਰ ਆ, ਸਾਡੇ ਹੁੰਦਿਆਂ ਰੋਕ ਵੀ ਨਹੀਂ ਸਕਦੇ, ਤੇ ਇਸ ਕਰਕੇ ਅਸੀਂ ਫਿਰ ਉਹ ਲੰਘਾ ਦਿੰਦੇ ਆ ਸੇਵਾਦਾਰ ਨੂੰ। ਕਿੰਨੀ ਕੁ ਸੰਗਤ ਦੀ ਅੰਦਰ ਗਿਣਤੀ ਹੈ ਮੋਰਚੇ 'ਚ, ਤੇ ਕਿਸ ਤਰ੍ਹਾਂ ਮੋਰਚਾ ਚੱਲ ਰਿਹਾ ਅੰਦਰ? 100-150 ਦੇ ਕਰੀਬ ਜਿਹੜਾ ਵਾ ਇਸ ਵੇਲੇ ਮਹਾਰਾਜ ਦੀ ਕਿਰਪਾ ਨਾਲ ਸੰਗਤ ਅੰਦਰ ਬੈਠੀ ਆ, ਤੇ ਸੰਗਤ ਆਈ ਜਾਂਦੀ ਆ, ਜਾਈ ਜਾਂਦੀ ਆ। ਪਰ ਜਿਹੜੇ ਪੱਕੇ ਸਿੰਘ ਮੋਰਚੇ ਵਾਲੇ ਨੇ ਉਹ ਤਕਰੀਬਨ 100 ਦੇ ਕਰੀਬ ਸਿੰਘ ਡਟੇ ਹੋਏ ਨੇ। ਤੁਹਾਡੀ ਕੱਲ ਅੰਦਰ ਮੀਟਿੰਗ ਵੀ ਹੋਈ, ਗੱਲਬਾਤ ਵੀ ਹੋਈ, ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਆ ਮਤੇ ਦੀ ਜਿਹੜਾ ਨਵਾਂ ਮਤਾ ਪਾਇਆ ਜਾਏਗਾ ਫੌਜਦਾਰੀ ਪਰਚੇ ਲਈ, ਤੇ ਕੋਈ ਸਮਾਂ ਨਿਰਧਾਰਿਤ ਕੀਤਾ ਕਦੋਂ ਤੱਕ ਹੋ ਸਕਦਾ ਹੈ? ਇਸ ਤਰ੍ਹਾਂ ਪ੍ਰੋਸੀਜਰ ਇਹ ਆ ਜੀ ਵੀ ਜਿਹੜਾ ਕੱਲ ਸਾਡੇ ਸੀਨੀਅਰ ਵਕੀਲ ਸਿਮਰਨਜੋਤ ਸਿੰਘ ਜੀ ਆਏ ਸਨ ਹਾਈ ਕੋਰਟ ਤੋਂ, ਉਹਨਾਂ ਨੇ ਸਾਰੀ ਜਿਹੜੀ ਗੱਲ ਕੀਤੀ ਸੀ, ਮੀਟਿੰਗ ਵੀ ਅੰਦਰ ਹੋਈ ਆ। ਉਹ ਪ੍ਰੋਸੀਜਰ ਇਹ ਆ ਵੀ ਜਦੋਂ ਜਿਹੜੀ ਸੰਸਥਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਦਾ ਇੱਕ ਪ੍ਰੋਟੋਕਾਲ ਆ। ਪ੍ਰੋਟੋਕਾਲ ਦੇ ਮੁਤਾਬਕ ਜਿਹੜਾ ਵਾ ਇਹਨਾਂ ਨੇ ਮਤਾ ਪਾਉਣਾ ਵਾ ਆਪਣਾ ਸੱਦ ਕੇ, ਮੀਟਿੰਗ ਸੱਦ ਕੇ, ਇਜਲਾਸ ਸੱਦ ਕੇ। ਪਹਿਲੇ ਇਜਲਾਸ ਦੇ ਵਿੱਚ ਇਹਨਾਂ ਨੇ ਇਹ ਕਿਹਾ ਸੀਗਾ ਅਸੀਂ ਫੌਜਦਾਰੀ ਮੁਕੱਦਮੇ ਦਰਜ ਨਹੀਂ ਕਰਾਵਾਂਗੇ, ਵਿਭਾਗੀ ਕਾਰਵਾਈ ਕਰਾਂਗੇ। ਪਰ ਹੁਣ ਸੰਗਤ ਦੇ ਪ੍ਰੈਸ਼ਰ ਕਰਕੇ, ਆਪਣੇ ਮੋਰਚੇ ਦੇ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਹੁਣ ਕਾਨੂੰਨੀ ਕਾਰਵਾਈ ਕਰਾਵਾਂਗੇ। ਪਰ ਉਹਦੇ ਵਿੱਚ ਇਹ ਕਰਤਾ ਸੀ ਵੀ ਕਾਨੂੰਨੀ ਕਾਰਵਾਈ ਹੁਣ ਸ਼੍ਰੋਮਣੀ ਕਮੇਟੀ ਨਹੀਂ ਕਰਾਊਗੀ, ਬਸ ਉਹ ਆਪਣਾ ਮਤਾ ਪਾ ਕੇ ਦੇਣਗੇ ਪ੍ਰਸ਼ਾਸਨ ਨੂੰ ਕਿ ਹਾਂ ਇਹਨਾਂ ਬੰਦਿਆਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਫੌਜਦਾਰੀ। ਪਰ ਫੌਜਦਾਰੀ ਮੁਕੱਦਮੇ ਜਿਹੜੇ ਆ ਉਹ ਅਸੀਂ ਕਰਾਵਾਂਗੇ। ਅੱਜ ਉਹਦੇ ਵਾਸਤੇ ਸਾਡੀ ਜਥੇਬੰਦੀ ਦੇ ਕੁਝ ਨੁਮਾਇੰਦੇ ਜਿਹੜੇ ਨੇ ਉਹ ਗਏ ਵੀ ਨੇ, ਵਿੱਚ ਸਾਨੂੰ ਮੰਗ ਪੱਤਰ ਦੇਣਗੇ। ਮੇਰਾ ਲਾਸਟ ਸਵਾਲ ਹੈ, ਕੱਲ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਲ ਖਾਲਸਾ ਤੇ ਹੋਰ ਕਈ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਜਾ ਰਹੀ, ਕਿ ਇਸ ਮੋਰਚੇ 'ਚੋਂ ਵੀ ਸਿੰਘ ਜਾਣਗੇ ਉਸ ਮੀਟਿੰਗ 'ਚ? ਬਿਲਕੁਲ ਸ਼ਮੂਲੀਅਤ ਕੀਤੀ ਜਾਵੇਗੀ ਜੀ। ਜਿੱਥੇ ਗੱਲ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਆ, ਉੱਥੇ ਕੋਈ ਧੜਾ ਨਹੀਂ, ਕੋਈ ਜਥੇਬੰਦੀ ਨਹੀਂ, ਕੋਈ ਬੰਦਾ ਨਹੀਂ, ਸਾਰੇ ਨਹੀਂ ਉੱਥੇ। ਹੁਣ ਜਿਵੇਂ ਅੱਜ ਭਾਈ ਨਰੈਣ ਸਿੰਘ ਚੌੜਾ ਕੱਲ ਦੇ ਮੀਟਿੰਗ ਦੇ ਪ੍ਰਬੰਧਕ ਨੇ, ਉਹ ਹੁਣੇ ਇੱਥੋਂ ਹੋ ਕੇ ਗਏ ਨੇ, ਹਾਜ਼ਰੀ ਭਰ ਕੇ ਗਏ ਨੇ। ਅਸੀਂ ਵੀ ਕੱਲ ਜਿਹੜਾ ਵਾ ਸਾਨੂੰ ਉਹਨਾਂ ਨੇ ਹੁਕਮ ਲਾਇਆ ਵਾ, ਤੇ ਅਸੀਂ ਵੱਧ ਤੋਂ ਵੱਧ ਜਿਹੜੇ ਸਾਡੇ ਨੁਮਾਇੰਦੇ ਲੈ ਕੇ, ਭਾਈ ਰਣਜੀਤ ਸਿੰਘ ਜੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਤੋਂ ਨੇ, ਦਾਸ ਆ, ਹੋਰ ਸਿੰਘ ਜੀ ਨੇ, ਅਸੀਂ ਜ਼ਰੂਰ ਜਾਵਾਂਗੇ ਜੀ। ਮੋਰਚਾ ਕਦੋਂ ਤੱਕ ਰਹੇਗਾ? ਨਿਰੰਤਰ ਜਾਰੀ ਹੈ ਜੀ, ਜਿੰਨਾ ਚਿਰ ਤੱਕ ਖਾਸ ਕਰਕੇ ਜਿਹੜੇ ਦੋਸ਼ੀਆਂ ਤੇ ਫੌਜਦਾਰੀ ਮੁਕੱਦਮੇ ਦਰਜ ਵੇਖੋ, ਜਿਹੜੀ ਸ਼ੁਰੂ ਤੋਂ ਬਰਦਾਸ਼ਤ ਕਰਕੇ ਸੰਗਤ ਬੈਠੀ ਆ, ਉਹ ਨਹੀਂ ਹੋ ਜਾਂਦਾ। ਜਿਹੜੀਆਂ ਬਾਕੀ 8 ਸ਼ਰਤਾਂ ਸਨ, ਜਿਹਦੇ ਵਿੱਚੋਂ ਕੁਝ, ਕਿਉਂਕਿ ਵੇਖੋ ਹਰ ਇੱਕ ਚੀਜ਼ ਦਾ ਸਿਸਟਮ ਹੁੰਦਾ, ਪ੍ਰੋਸੀਜਰ ਹੁੰਦਾ, ਅਸੀਂ ਵੀ ਸਮਝਦੇ ਹਾਂ ਵੀ ਹੁਣ ਜਿਵੇਂ 328 ਸਰੂਪਾਂ ਦੀ ਗੱਲ ਆ, ਉਹਦੇ ਵਿੱਚ ਇਹਨਾਂ ਨੇ ਜਿਹੜਾ ਵਾ ਪੜਤਾਲ ਕਰਨੀ ਸ਼ੁਰੂ ਕਰਤੀ ਹੈ ਪੂਰੇ ਪੰਜਾਬ ਦੇ ਵਿੱਚ। ਪਰ ਜਿਹੜੇ 328 ਸਰੂਪ ਜਿਹੜੇ ਉਹ ਸਨ, ਉਹ ਕਿੱਥੇ ਨੇ? ਉਹਦੇ ਵਾਸਤੇ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਥੋੜਾ ਸਮਾਂ ਲੱਗਣਾ, ਕਿਉਂਕਿ ਜਦੋਂ ਤੁਹਾਨੂੰ ਪਤਾ ਘਪਲਾ ਕੀਤਾ ਹੋਵੇ ਨਾ, ਵੱਡਾ ਚੋਰੀ ਵੱਡੀ ਕੀਤੀ ਹੋਵੇ, ਉਹਨੂੰ ਸਮੇਟਣ ਨੂੰ ਵੀ ਸਮਾਂ ਲੱਗਦਾ। ਸੋ ਹੁਣ ਚੋਰੀ ਕਰ ਬੈਠੇ ਨੇ ਵੱਡੀ, ਉਹਨਾਂ ਨੂੰ ਸਮੇਟਣ ਨੂੰ ਥੋੜਾ ਬਹੁਤ ਸਮਾਂ ਤਾਂ ਮੰਗਦੇ ਨੇ ਨਾ। ਪਰ ਚਲੋ ਅਸੀਂ ਫਿਰ ਵੀ ਉਹਨੂੰ ਸਮਝਦਿਆਂ ਹੋਇਆਂ ਥੋੜਾ ਸਮਾਂ ਇਹਨਾਂ ਨੂੰ, ਤਕਰੀਬਨ ਟੋਟਲ ਜਿਹੜਾ ਸਮਾਂ 2 ਮਹੀਨੇ ਦਾ ਇਹਨਾਂ ਨੂੰ ਦਿੱਤਾ ਸੀਗਾ, ਬਾਅਦ 'ਚ ਸੰਗਤ ਦੇ ਕਹਿੰਦੇ 3 ਮਹੀਨੇ ਦਾ ਕਰਤਾ ਸੀ। ਪਰ ਉਹਦੇ ਵਿੱਚ ਜਿਹੜਾ ਉਹ ਸਾਰਾ 328 ਸਰੂਪ ਨਹੀਂ, ਫਿਰ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਕਿੱਥੇ ਕਿੰਨੇ ਸਰੂਪ, ਕਿਹੜੇ ਗੁਰੂ ਘਰ, ਕਿਹੜੇ ਡੇਰੇ, ਕਿਹੜੇ ਸਥਾਨ ਤੇ ਪਏ ਨੇ, ਉਹਦੀ ਪੂਰੀ ਡਿਟੇਲ ਜਿਹੜੀ ਆ ਇਹ ਜਨਤਕ ਕਰਨਗੇ ਬਾਅਦ ਦੇ ਵਿੱਚ। ਹੁਣ ਮੰਗ ਇਹੀ ਹੈ ਕਿ ਜਨਤਕ ਕੀਤੀ ਜਾਵੇ ਡਿਟੇਲ। ਬਿਲਕੁਲ ਜੀ, ਜਨਤਕ ਕੀਤੀ ਜਾਵੇ, ਦੋਸ਼ੀਆਂ ਤੇ ਪਰਚਾ ਹੋਵੇ। ਜਿਹੜੀਆਂ ਬਾਕੀ ਸਾਡੀਆਂ ਮੰਗਾਂ ਨੇ, ਜਿਹਦੇ ਵਿੱਚ ਪ੍ਰੈਸ ਦੀ ਛਪਾਈ ਦੀ ਗੱਲ ਸੀ, ਛਪਾਈ ਬਿਲਕੁਲ ਬੰਦ ਹੈ ਇਸ ਵੇਲੇ। ਪ੍ਰਾਈਵੇਟ ਪ੍ਰੈਸਾਂ ਤੇ ਪਾਬੰਦੀ ਲਾਈ ਜਾਵੇ। ਬਾਹਰ ਜਿਹੜਾ ਪ੍ਰੈਸ ਜਿਹੜੀ ਹੋਈ ਸੀ, ਤੁਹਾਨੂੰ ਪਤਾ ਸਰੂਪ ਬਾਹਰ ਛਪੇ ਸੀ, ਕਿਸੇ ਨੇ ਨਿੱਜੀ ਪ੍ਰੈਸ ਲਾ ਕੇ ਛਾਪਤੀ ਸੀ, ਪਰਮਦੀਪ ਸਿੰਘ ਮਲਕ ਨੇ, ਉੱਤੇ ਵੀ ਪਾਬੰਦੀ ਲੱਗ ਗਈ ਆ। ਮਟੀਰੀਅਲ ਜਿਹੜਾ ਵਾ ਉਹ ਜ਼ਬਤ ਕਰ ਲਿਆ ਵਾ। ਪਰ ਅਸੀਂ ਚਾਹੁੰਦੇ ਹਾਂ ਵੀ ਇਹ ਸਿਰਫ ਗੱਲਾਂ ਨਾ ਹੋਣੇ, ਹਵਾ 'ਚ ਨਾ ਹੋਵੇ ਕੰਮ, ਪ੍ਰੈਕਟੀਕਲ ਰੂਪ ਦੇ ਵਿੱਚ ਹੋਵੇ।
ਸਿੰਘ ਸਾਹਿਬ ਸਵੇਰੇ ਜਦੋਂ ਅਸੀਂ ਇੱਥੇ ਆਏ ਤੁਹਾਨੂੰ ਵੀ ਪਹਿਲੇ ਰੋਕਿਆ ਗਿਆ ਸੀ, ਉਸ ਤੋਂ ਬਾਅਦ ਜਾਣ ਦਿੱਤਾ ਗਿਆ। ਕੀ ਮਾਹੌਲ ਸੀ, ਕਿਉਂ ਰੋਕਦੇ ਪਏ ਆ ਮੋਰਚੇ 'ਚ ਜਾਣ ਤੋਂ? ਦੇਖੋ ਕਾਫੀ ਸੰਗਤਾਂ ਨੂੰ ਰੋਕਿਆ ਜਾ ਰਿਹਾ ਆ, ਤੰਗ ਪਰੇਸ਼ਾਨ ਕੀਤਾ ਜਾ ਰਿਹਾ ਆ। ਜਦੋਂ ਸਵੇਰੇ ਸੰਗਤਾਂ ਨੂੰ ਰੋਕਿਆ ਗਿਆ ਉਦੋਂ ਅਸੀਂ ਬਾਹਰ ਆਏ ਸੀ ਤੇ ਨਾਲ ਸੰਗਤਾਂ ਨੂੰ ਲੈ ਕੇ ਫਿਰ ਅੰਦਰ ਗਏ ਸੀ। ਸੋ ਜਿਹੜੀਆਂ ਸੰਗਤਾਂ ਦੇ ਪਰਲੇ ਪਾਸੇ ਜੋੜੇ ਜਮ੍ਹਾਂ ਹੋਏ ਆ ਉਹਨਾਂ ਸੰਗਤਾਂ ਨੂੰ ਕਾਫੀ ਤੰਗੀ ਪਰੇਸ਼ਾਨੀ ਆ ਰਹੀ ਹੈ। ਜਿਹੜੀਆਂ ਸੰਗਤਾਂ ਉਧਰ ਗੁਰੂ ਹਰਗੋਬਿੰਦ ਸਾਹਿਬ ਨਿਵਾਸ ਅਤੇ ਮਾਤਾ ਗੰਗਾ ਜੀ ਨਿਵਾਸ ਵਿੱਚ ਠਹਿਰੀਆਂ ਹੋਈਆਂ ਆ ਉਹਨਾਂ ਨੂੰ ਵੀ ਤੰਗੀ ਪਰੇਸ਼ਾਨੀ ਆ ਰਹੀ ਹੈ। ਪਰ ਇਹਦੇ ਵਿੱਚ ਜਿਹੜੇ ਜ਼ਿੰਮੇਵਾਰ ਆ ਉਹ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਆ, ਜਿਨ੍ਹਾਂ ਨੇ ਮੋਰਚੇ ਦੇ ਪ੍ਰਬੰਧਕਾਂ ਦੇ ਨਾਲ ਅਜਿਹਾ ਗੈਰ ਜ਼ਿੰਮੇਵਾਰ ਨਾਲ ਜਿਹੜਾ ਵਤੀਰਾ ਆ ਉਹ ਅਪਣਾਇਆ ਹੋਇਆ ਆ, ਜਿਹਦੇ ਕਰਕੇ ਸੰਗਤ ਨੂੰ ਵੀ ਤੰਗੀ ਪਰੇਸ਼ਾਨੀ ਆ ਰਹੀ ਆ। ਤੇ ਜਿਹੜਾ ਕੱਲ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਦੇ ਉੱਤੇ, ਮੀਡੀਆ ਦੇ ਉੱਤੇ, ਬੀਬੀਆਂ ਦੇ ਉੱਤੇ ਜਿਹੜਾ ਜ਼ੁਲਮ ਕੀਤਾ ਆ, ਦੁਨੀਆ ਭਰ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਦੀ ਉਹ ਥੂ ਹੋ ਰਹੀ। ਅਸੀਂ ਸਮਝਦੇ ਹਾਂ ਕਿ ਇਹ ਸਾਡੀ ਸ਼੍ਰੋਮਣੀ ਕਮੇਟੀ ਪੰਥ ਦੀ ਮਹਾਨ ਸੰਸਥਾ ਆ, ਪਰ ਜਿਹੜੀ ਅਕਾਲੀ ਦਲ ਦੀ ਜਿਹੜੀ ਗੰਦਲੀ ਰਾਜਨੀਤੀ ਆ ਉਹਨੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਵਕਾਰ ਨੂੰ ਬੜੀ ਵੱਡੀ ਜਿਹੜੀ ਢਾਹ ਲਾ ਦਿੱਤੀ ਆ। ਸਾਡੀਆਂ ਜਿਹੜੀਆਂ ਪਰੰਪਰਾਵਾਂ ਆ, ਸਾਡੇ ਜਿਹੜੇ ਸਿਧਾਂਤ ਆ, ਉਹਨਾਂ ਨੂੰ ਢਾਹ ਲੱਗ ਰਹੀ ਆ। ਸ਼੍ਰੋਮਣੀ ਕਮੇਟੀ ਨੂੰ ਜਿਹੜਾ ਆਪਣਾ ਵਤੀਰਾ ਆ ਉਹ ਬਦਲਣਾ ਚਾਹੀਦਾ ਹੈ। ਤੇ ਜਿਹੜੀਆਂ ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਇੱਕ ਸਵਾਲ ਲੈ ਕੇ ਆਈਆਂ ਆ ਕਿ ਸਤਿਗੁਰਾਂ ਦੇ 328 ਪਾਵਨ ਸਰੂਪ ਕਿੱਥੇ ਆ, ਕਿਹਨਾਂ ਨੂੰ ਦਿੱਤੇ ਗਏ, ਕਿਹਨਾਂ ਲੋਕਾਂ ਨੇ ਦਿੱਤੇ। ਇਸ ਸਮੇਂ ਸਤਿਗੁਰਾਂ ਦੇ ਪਾਵਨ ਸਰੂਪ ਕਿਹੜੇ ਹਾਲਾਤਾਂ ਦੇ ਵਿੱਚ ਆ? ਕੀ ਉਹ 328 ਪਾਵਨ ਸਰੂਪ RSS ਦੇ ਹੈੱਡਕੁਆਟਰ ਭੇਜੇ ਗਏ ਆ, ਜਾਂ ਡੇਰਾ ਸਿਰਸਾ ਭੇਜੇ ਗਏ ਆ, ਜਾਂ ਕਿਸੇ ਹੋਰ ਸਿੱਖ ਵਿਰੋਧੀ ਡੇਰੇ ਵਿੱਚ ਭੇਜੇ ਗਏ ਆ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਅਦਬ ਸਤਿਕਾਰ ਆ ਉਹ ਪੂਰੀ ਤਰ੍ਹਾਂ ਕਾਇਮ, ਜਿਹੜੀ ਮਰਿਆਦਾ ਨਹੀਂ ਆ, ਉਹ ਇਹਨਾਂ ਨੇ ਚੋਰੀ ਛਿਪੇ ਜਿਹੜੇ ਸਰੂਪ ਆ ਅਸੀਂ ਸਮਝਦੇ ਹਾਂ ਕਿ ਕਿਸੇ ਅਸਥਾਨ ਦੇ ਉੱਤੇ ਭੇਜ ਦਿੱਤੇ ਗਏ ਆ। ਸੰਗਤਾਂ ਨੂੰ ਉਸ ਗੱਲ ਦਾ ਜਵਾਬ ਦਿੱਤਾ ਜਾਵੇ। ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਪ ਹੀ ਪਹਿਲਾਂ ਕਹਿ ਚੁੱਕੇ ਸਨ ਕਿ ਇਹਨਾਂ 16 ਦੋਸ਼ੀ ਅਧਿਕਾਰੀਆਂ ਦੇ ਉੱਤੇ, ਜਿਹਦੇ ਵਿੱਚ 13 ਅਧਿਕਾਰੀ ਆ, 3 ਮੀਤ ਸਕੱਤਰ, 1 ਸਾਬਕਾ ਸਕੱਤਰ, 1 ਮੌਜੂਦਾ ਸਕੱਤਰ, ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕਰਵਾਈ ਜਾਏਗੀ। ਪਰ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਨੇ ਯੂ ਟਰਨ ਲਿਆ, ਜਿਹਦੇ ਕਰਕੇ ਸੰਗਤਾਂ ਦੇ ਵਿੱਚ ਬੜਾ ਭਾਰੀ ਰੋਸ ਆ। ਸੋ ਉਹਨਾਂ ਅਧਿਕਾਰੀਆਂ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਜ਼ਰੂਰ ਹੋਣੀ ਚਾਹੀਦੀ ਆ। ਇਹ ਸਿੱਖ ਸੰਗਤ ਦੀ ਮੰਗ ਆ। ਤੇ ਜਿੰਨਾ ਚਿਰ ਤੱਕ ਸੰਗਤਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਤੱਕ ਸਿੱਖ ਜਥੇਬੰਦੀਆਂ ਦੀ ਸਾਂਝੀ ਰਾਏ ਦੇ ਨਾਲ ਇਹ ਜਿਹੜਾ ਮੋਰਚਾ ਆ ਉਹ ਜਾਰੀ ਆ। ਮੋਰਚਾ ਸ਼ਾਂਤਮਈ ਆ, ਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਅਜਿਹਾ ਜਿਹੜਾ ਵਤੀਰਾ ਉਹ ਅਪਣਾਇਆ ਜਾ ਰਿਹਾ, ਜਿਹਦੇ ਕਰਕੇ ਲੜਾਈ ਝਗੜਾ ਹੋ ਰਿਹਾ ਆ। ਸ਼੍ਰੋਮਣੀ ਕਮੇਟੀ ਨੂੰ ਆਪਣੇ ਵਤੀਰਾ ਨੂੰ ਬਦਲਣ ਦੀ ਲੋੜ ਆ। ਸੋ ਜੋ ਸਿੱਖ ਜਥੇਬੰਦੀਆਂ ਉੱਥੇ ਮੌਜੂਦ ਨੇ ਉਹਦਾ ਕਹਿਣਾ ਕਿ SGPC ਮਾਮਲੇ ਨੂੰ ਲਮਕਾ ਰਹੀ ਹੈ। ਜੇਕਰ ਕਾਰਵਾਈ ਕਰਨੀ ਹੈ ਤਾਂ ਸ਼੍ਰੋਮਣੀ ਕਮੇਟੀ ਆਪਣੇ ਮੁਲਾਜ਼ਮਾਂ ਤੇ ਕਰੇ, ਉਹਨਾਂ ਉੱਤੇ ਫੌਜਦਾਰੀ ਜਿਹੜਾ ਮਾਮਲਾ ਦਰਜ ਹੋਣਾ ਚਾਹੀਦਾ ਹੈ। SGPC ਸਿਰਫ ਸੇਵਾ ਲਾ ਦਿੰਦੀ ਹੈ ਕਿ ਤੁਸੀਂ ਝਾੜੂ ਮਾਰ ਲਓ ਜਾਂ ਕੋਈ ਹੋਰ ਲੰਗਰ ਦੇ ਵਿੱਚ ਸੇਵਾ ਕਰ ਲਓ, ਪਰ ਜੋ ਅਸਲ ਕਾਰਵਾਈ ਹੋਣੀ ਚਾਹੀਦੀ ਆ ਉਹ SGPC ਵੱਲੋਂ ਕੀਤੀ ਜਾਣੀ ਚਾਹੀਦੀ ਆ, ਕਿਉਂਕਿ SGPC ਨੇ ਮਤਾ ਪਾਇਆ ਸੀ ਕਿ ਅਸੀਂ ਖੁਦ ਹੀ ਕਾਰਵਾਈ ਕਰਾਂਗੇ, ਕਿਸੇ ਤਰੀਕੇ ਦੇ ਫੌਜਦਾਰੀ ਮਾਮਲਾ ਦਰਜ ਨਹੀਂ ਹੋਵੇਗਾ। ਸੋ ਜਥੇਬੰਦੀਆਂ ਵੱਲੋਂ ਇੱਕ ਮੰਗ ਹੈ ਕਿ ਜੋ ਮਤਾ ਪਾਇਆ ਗਿਆ ਉਸ ਨੂੰ ਵਾਪਸ ਲਿਆ ਜਾਵੇ ਅਤੇ ਫੌਜਦਾਰੀ ਮਾਮਲਾ ਇਹਨਾਂ ਖਿਲਾਫ ਦਰਜ ਕਰਵਾਇਆ ਜਾਵੇ। ਤੇ ਆਉਣ ਵਾਲੇ ਸਮੇਂ ਦੇ ਵਿੱਚ SGPC ਇਹ ਜਵਾਬਦੇਹ ਹੋਵੇਗੀ ਕਿ ਆਖਰ ਪਾਵਨ ਸਰੂਪ ਕਿੱਥੇ ਗਏ। ਸੋ ਇਸ ਦੀ ਪੂਰੀ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਨਾਲ ਦੀ ਨਾਲ ਸਿੱਖ ਸੰਗਤ ਦਾ ਇਹ ਵੀ ਕਹਿਣਾ ਕਿ ਜੋ ਇਹ ਸਮਾਂ ਲੱਗ ਰਿਹਾ, ਵਕਤ ਲੱਗ ਰਿਹਾ, ਕਿਤੇ ਇਹਦੇ ਪਿੱਛੇ ਇਹ ਵੀ ਕੋਈ ਸਾਜ਼ਿਸ਼ ਨਾ ਹੋਵੇ ਕਿ ਆਪਣੀ ਵੱਡੀ ਚੋਰੀ ਨੂੰ ਲੁਕਾਉਣ ਦੇ ਲਈ ਇਹ ਸਮਾਂ ਵਰਤਿਆ ਜਾ ਰਿਹਾ ਹੋਵੇ। ਕਿਤੇ SGPC ਕਿਤੇ ਕੋਈ ਹੋਰ ਨਵੀਂ ਜਿਹੜੀ ਵਿਉਂਤਬੰਦੀ ਨਾ ਕਰ ਰਹੀ ਹੋਵੇ ਕਿ ਜੋ ਉਹਨਾਂ ਤੋਂ ਗਲਤੀ ਹੋਈ ਹੈ ਉਸ ਨੂੰ ਛੁਪਾਇਆ ਕਿਵੇਂ ਜਾਵੇ। ਸੋ ਇਸ ਮਾਮਲੇ ਦੇ ਵਿੱਚ ਵੀ ਹੁਣ ਜੇਕਰ ਉਲਝਾਵੇ ਦੀ ਗੱਲ ਕਰੀਏ ਤਾਂ ਬਣਦਾ ਜਾ ਰਿਹਾ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਬਣਿਆ ਹੋਇਆ। ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਸਤਿਕਾਰ ਕਮੇਟੀ ਹੈ ਤੇ ਹੋਰ ਜਥੇਬੰਦੀਆਂ ਦੇ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ ਤੇ ਉਹਨਾਂ ਤੋਂ ਮੰਗ ਕੀਤੀ ਗਈ ਹੈ ਕਿ ਇਸ ਸੰਬੰਧੀ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਫੌਜਦਾਰੀ ਮਾਮਲਾ ਦਰਜ ਕੀਤਾ ਜਾਵੇ। ਤੁਹਾਨੂੰ ਪਤਾ ਹੈ ਕਿ ਪਿਛਲੇ 2 ਦਿਨ ਤੋਂ ਸਤਿਕਾਰ ਕਮੇਟੀ ਤੇ ਹੋਰ ਪੰਥਕ ਜਥੇਬੰਦੀਆਂ ਦਾ ਮੋਰਚਾ ਲੱਗਿਆ ਹੋਇਆ ਹੈ ਦਰਬਾਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਅੱਗੇ, ਜਿਹਦੇ ਵਿੱਚ ਕੱਲ੍ਹ ਅਸੀਂ ਸ਼੍ਰੋਮਣੀ ਕਮੇਟੀ ਨੂੰ ਇੱਕ ਮੰਗ ਪੱਤਰ ਦਿੱਤਾ ਸੀ, ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਕਿ ਜਿਹੜਾ ਤੁਸੀਂ 5 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਲਾਪਤਾ ਹੋਏ ਨੇ, ਬੇਅਦਬੀ ਹੋਈ ਹੈ, ਜਿਹੜਾ ਉਹਦੇ ਵਿੱਚ
ਰੈਜੂਲੇਸ਼ਨ ਕਰਕੇ ਉਹਨਾਂ ਦੇ ਖਿਲਾਫ ਫੌਜਦਾਰੀ ਕੇਸ ਨਾ ਦਰਜ ਕਰਨ ਦਾ ਰੈਜੂਲੇਸ਼ਨ ਹੈ ਉਹਨੂੰ ਰੱਦ ਕਰੋ, ਦੋਸ਼ੀਆਂ ਖਿਲਾਫ ਜਿਹੜਾ ਨਵਾਂ ਰੈਜੂਲੇਸ਼ਨ ਲੈ ਕੇ ਆਓ। ਸੋ ਅੱਜ ਅਸੀਂ ਕਮਿਸ਼ਨ ਸਾਹਿਬ ਨੂੰ ਦੱਸਿਆ ਵੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹਦੀ ਡਿਊਟੀ ਸੀ ਦੋਸ਼ੀਆਂ ਦੇ ਖਿਲਾਫ FIR ਦਰਜ ਕਰਾਉਣ ਦੀ, ਪਰ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹਨੇ ਇੱਕ ਮਤਾ ਪਾਸ ਕਰ ਦਿੱਤਾ ਹੈ ਵੀ ਦੋਸ਼ੀਆਂ ਦੇ ਖਿਲਾਫ ਅਸੀਂ ਫੌਜਦਾਰ ਕਾਰਵਾਈ ਨਹੀਂ ਕਰਾਂਗੇ। ਸੋ ਇਸ ਕਰਕੇ ਅੱਜ ਜਿਹੜੀਆਂ ਪੰਥਕ ਆਰਗੇਨਾਈਜੇਸ਼ਨਸ ਨੇ ਉਹ ਇੱਕ ਸ਼ਿਕਾਇਤ ਲੈ ਕੇ ਆਈਆਂ ਨੇ ਵੀ ਇਹ ਸਾਰਾ ਮਸਲਾ ਹੈਗਾ ਹੈ, ਇਹਦੇ ਵਿੱਚ 328 ਗੁਰੂ ਸਾਹਿਬ ਦੇ ਸਰੂਪ ਮਿਸਿੰਗ ਹੋਏ ਨੇ। ਪ੍ਰਿੰਟਿੰਗ ਸਮੇਂ ਜਿਹੜੀ ਪਬਲੀਕੇਸ਼ਨ ਸਮੇਂ ਉਹਨਾਂ ਦੀ ਜਿਹੜੀ ਹੈ ਬੇਅਦਬੀ ਵੀ ਹੋਈ ਹੈ। ਤੇ ਸ਼੍ਰੋਮਣੀ ਕਮੇਟੀ ਦਾ ਇੱਕ ਆਪਦਾ ਰੈਜੂਲੇਸ਼ਨ ਹੈਗਾ 2015 ਦਾ, ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਬਹੁਤ ਖੁੱਲ੍ਹ ਕੇ ਕਿਹਾ ਸੀ ਕਿ ਅਸੀਂ ਪਬਲੀਕੇਸ਼ਨ ਹਾਊਸ ਦੇ ਵਿੱਚ ਕੈਮਰੇ ਲਾਵਾਂਗੇ CCTV, ਤਾਂ ਜੋ ਕਿ ਸਾਨੂੰ ਪਤਾ ਲੱਗ ਸਕੇ ਵੀ ਇੱਥੇ ਕੋਈ ਬੇਅਦਬੀ ਤਾਂ ਨਹੀਂ ਹੋ ਰਹੀ। ਪਰ ਉਹਦੇ ਬਾਵਜੂਦ ਵੀ ਜਿਹੜਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਉੱਥੇ CCTV ਫੁਟੇਜ ਵਾਲੇ ਕੈਮਰੇ ਨਹੀਂ ਲਾਏ, ਉਲਟਾ 61 ਸਰੂਪ ਇੱਕ ਛਾਪੇ ਨੇ, ਅਨਆਥੋਰਾਈਜ਼ਡ ਪੇਪਰਸ ਤੇ 125 ਇੱਕ ਛਾਪੇ ਨੇ। ਉਹ ਸਾਰੇ ਜਿਹੜੀ ਹੈ ਉਹ ਚੀਜ਼ ਦਾ ਕਿਤੇ ਵੀ ਜਿਹੜਾ ਡਾਟਾ ਹੈਗਾ ਵੀ ਕਿੰਨੇ ਇਹਨਾਂ ਕੋਲ ਸਰੂਪ ਬਾਹਰੋਂ ਆਏ ਨੇ, ਕਿੰਨੇ ਇਹਨਾਂ ਨੇ ਗਾਂ ਮਾਰਕੀਟ 'ਚ ਭੇਜੇ ਨੇ, ਉਹ ਸਾਰਾ ਡਾਟਾ ਸ਼੍ਰੋਮਣੀ ਕਮੇਟੀ ਨੇ ਰਖਾ ਲਿਆ। ਸੋ ਅਸੀਂ ਉਹ ਸਾਰੇ ਪ੍ਰੂਫ ਲਾ ਕੇ ਅੱਜ ਇੱਕ ਸ਼ਿਕਾਇਤ ਜਿਹੜੀ ਹੈ ਕਮਿਸ਼ਨ ਸਾਹਿਬ ਨੂੰ ਕੀਤੀ ਹੈ। ਕਮਿਸ਼ਨ ਸਾਹਿਬ ਨੇ ਸਾਨੂੰ ਇੰਸ਼ੋਰੈਂਸ ਦਿੱਤੀ ਹੈ ਵੀ ਜਦੋਂ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਹੋਏਗੀ ਅਸੀਂ ਤੁਹਾਨੂੰ ਬੁਲਾਵਾਂਗੇ। ਇਹਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਹੈਗੀ ਹੈ, ਕਿਉਂਕਿ ਇਹ ਸਾਰਾ ਕੰਮ ਉਹਨਾਂ ਦੀ ਦੇਖ ਰੇਖ ਵਿੱਚ ਚੱਲਦਾ ਸੀ ਪਬਲੀਕੇਸ਼ਨ ਦਾ, ਉਹਨਾਂ ਨੇ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਕੀਤੀ ਹੈਗੀ। ਅਸੀਂ ਵੇਟ ਕਰ ਰਹੇ ਹਾਂ ਵੀ ਉਹ ਸ਼੍ਰੋਮਣੀ ਕਮੇਟੀ ਆਪ ਦੀ ਸ਼ਿਕਾਇਤ ਮੂਵ ਕਰੇ। ਸੋ ਜਿਸ ਦਿਨ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ, ਜਿਹੜੀ ਤੁਹਾਡੀ ਐਵੀਡੈਂਸ ਹੈ ਉਸੇ ਲਵਾਂਗੇ, ਫਿਰ ਉਹ 'ਤੇ ਜੋ ਢੁਕਵੀਂ ਕਾਰਵਾਈ ਉਹ ਕਰਾਂਗੇ। ਸੋ ਇਸ ਸਮੁੱਚੀ ਕਾਰਵਾਈ ਤੋਂ ਬਾਅਦ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕੋਈ ਪ੍ਰਤੀਕਰਮ ਨਹੀਂ ਆਇਆ, ਪਰ ਫਿਰ ਵੀ ਸ਼੍ਰੋਮਣੀ ਕਮੇਟੀ ਦੇ ਬੁਲਾਰਿਆਂ ਦੇ ਵੱਲੋਂ ਇਸ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਕਿਤੇ ਨਾ ਕਿਤੇ ਇਹੀ ਗੱਲ ਨਹੀਂ ਹੈ ਕਿ ਸਾਡੀ ਕੋਈ ਗਲਤੀ ਹੈ, ਸਗੋਂ ਕਿ ਜੋ ਜਥੇਬੰਦੀਆਂ ਉੱਥੇ ਮੌਜੂਦ ਸਨ ਉਹਨਾਂ ਦੇ ਵਿੱਚੋਂ ਕੁਝ ਕੁ ਸਿੰਘਾਂ ਨੇ ਗਲਤ ਸ਼ਬਦਾਵਲੀ ਵਰਤੀ SGPC ਦੇ ਪ੍ਰਧਾਨਾਂ ਬਾਰੇ ਅਤੇ ਮਾੜਾ ਵਿਵਹਾਰ ਕੀਤਾ ਅਤੇ ਉਹ ਹਥਿਆਰ ਲੈ ਕੇ ਉੱਥੇ ਆਏ। ਦਰਅਸਲ ਜਦੋਂ ਇਹ ਹਥਿਆਰ ਦੀ ਗੱਲ ਆ ਜਾਂਦੀ ਹੈ ਤਾਂ ਗੱਲ ਕਰੀਏ ਤਾਂ ਗੁਰਸਿੱਖਾਂ ਦੇ ਵਿੱਚ, ਸਿੱਖਾਂ ਦੇ ਵਿੱਚ ਸ਼ਾਸਤਰ ਕਿਹਾ ਜਾਂਦਾ ਹੈ। ਇਹ ਕੋਈ ਹਥਿਆਰ ਨਹੀਂ। ਨਿਹੰਗ ਸਿੰਘਾਂ ਦੇ ਕੋਲ ਉਹਨਾਂ ਦੀ ਕਿਰਪਾਨ ਵੀ ਹੁੰਦੀ ਹੈ ਤੇ ਸ਼ਾਸਤਰ ਵੀ ਸਜਾਏ ਹੁੰਦੇ ਨੇ ਕਿ ਆਖਰ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦੇ ਜੋ ਬੁਲਾਰੇ ਨੇ ਉੱਥੋਂ ਜੋ ਬੋਲਦੇ ਨੇ ਉਹ ਇਹ ਕਹਿਣਗੇ ਕਿ ਉਹ ਉੱਥੇ ਹਥਿਆਰ ਲੈ ਕੇ ਆ ਗਏ। ਹੋਰ ਕੌਮਾਂ ਤਾਂ ਸਿੱਖਾਂ ਦੇ ਲਈ ਸ਼ਬਦ ਵਰਤਦੀਆਂ ਨੇ, ਕਾਨੂੰਨ ਵੀ ਇਹ ਵਰਤਦਾ, ਹਿੰਦੁਸਤਾਨ ਦੇ ਹੋਰ ਅਦਾਰੇ ਵੀ ਇਹ ਗੱਲ ਵਰਤਦੇ ਨੇ ਕਿ ਜੇਕਰ ਸਿੱਖ ਦੇ ਕੋਲ ਕਿਰਪਾਨ ਹੈ, ਉਹਨੇ ਗਾਤਰਾ ਸਾਹਿਬ ਪਾਇਆ ਹੋਇਆ, ਤਾਂ ਇਸ ਨੂੰ ਹਥਿਆਰ ਕਿਹਾ ਜਾਂਦਾ। ਪਰ ਕੀ ਹੁਣ ਪੰਜਾਬ ਦੇ ਵਿੱਚ ਵੀ ਸਿੱਖਾਂ ਦੇ ਆਪਣੇ ਸਿੱਖ ਹੀ ਇਸ ਗੱਲ ਆਖਣਗੇ ਕਿ ਹਥਿਆਰ ਲੈ ਕੇ ਉੱਥੇ ਆ ਗਏ? ਕਿਹਾ ਜਾ ਰਿਹਾ ਕਿ ਜੇ ਇਹਨਾਂ ਨੇ ਸਹੀ ਤਰੀਕੇ ਨਾਲ ਬੋਲੇ ਹੁੰਦੇ, ਸਹੀ ਤਰੀਕੇ ਨਾਲ ਗੱਲਬਾਤ ਕੀਤੀ ਹੁੰਦੀ ਤਾਂ ਇਹ ਘਟਨਾ ਨਹੀਂ ਵਾਪਰਦੀ। ਸੋ SGPC ਦੇ ਬੁਲਾਰੇ ਨੇ ਕੀ ਕਿਹਾ ਇਸ ਮਸਲੇ ਉੱਤੇ, ਸੁਣ ਲੈਂਦੇ ਹਾਂ। ਕੁਝ ਲੋਕ ਜਿਹੜੇ ਨੇ ਇਸ ਗੱਲ ਦਾ ਫਾਇਦਾ ਉਠਾ ਕੇ ਸੋਸ਼ਲ ਨੈਟਵਰਕ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਾਹਿਬਾਨ ਅਤੇ ਪੰਥਕ ਸ਼ਖਸੀਅਤਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਦੀ ਜਿਹੜੀ ਆ ਉਹ ਵਰਤੋਂ ਕਰ ਰਹੇ ਨੇ, ਜਿਹਦੀ ਸਖਤ ਸ਼ਬਦਾਂ ਵਿੱਚ ਅਸੀਂ ਨਿੰਦਾ ਕਰਦੇ ਹਾਂ। ਅਸੀਂ ਨਹੀਂ, ਮੇਰੇ ਖਿਆਲ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਤਮਸਤਕ ਹੁੰਦਾ, ਸ਼ਾਇਦ ਉਹ ਅਜਿਹੀ ਸ਼ਬਦਾਵਲੀ ਨੂੰ ਮਾਨਤਾ ਨਹੀਂ ਦਿੰਦਾ। ਇੱਥੋਂ ਤੱਕ ਕਿ ਕਈ ਲੋਕ ਜਿਹੜੇ ਨੇ ਉਹ ਨਰਾਇਣੂ ਮੰਤ ਦੀ ਔਲਾਦ ਤੱਕ ਦੇ ਜਿਹੜੇ ਨੇ ਉਹ ਸ਼ਬਦ ਵਰਤਦੇ ਆ, ਜਿਹੜੇ ਬਿਲਕੁਲ ਵੀ ਜਾਇਜ਼ ਨਹੀਂ। ਅੱਜ ਸਰਾਂ ਵਾਲਾ ਗੇਟ ਗੁਰੂ ਰਾਮਦਾਸ ਸਰਾਂ ਦੇ ਬਾਹਰ ਜਿਹੜਾ ਆ ਉਹ ਬਿਲਕੁਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸੜਕ ਦੇ ਵਿੱਚ ਜਿਹੜਾ ਉਹ 4 ਤੋਂ 5 ਜਿਹੜੇ ਲੋਕ ਆਣ ਕੇ ਬੈਠੇ, ਜਿਹੜੇ ਨਿਹੰਗ ਬਾਣੇ ਦੇ ਵਿੱਚ, ਔਰ ਉਹਨਾਂ ਦੇ ਕੋਲ ਹਥਿਆਰ ਵੀ ਸਨ। ਵੱਖ-ਵੱਖ ਕਿਸਮ ਦੇ ਉਹਨਾਂ ਚੋਂ 5 ਬੰਦਿਆਂ ਕੋਲ ਹਥਿਆਰ ਸਨ। 5-6 ਲੋਕ ਹੀ ਉਹਨਾਂ ਦੇ ਨਾਲ ਦੂਜੇ ਸਨ। ਉਹ ਆਣ ਕੇ ਉੱਥੇ ਵੱਖਰੇ ਤੌਰ ਤੇ ਜਿਹੜੇ ਆ ਉਹ ਬੈਠ ਗਏ। ਉਸ ਤੋਂ ਬਾਅਦ ਉਹਨਾਂ ਨੇ ਬਿਲਕੁਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੋਂ ਨਜ਼ਰ ਆਉਂਦਾ ਉਹਦੇ ਸਾਹਮਣੇ ਅਹੁਦੇਦਾਰਾਂ ਦੇ ਖਿਲਾਫ ਜਿਹੜਾ ਹੈਗਾ ਉਹ ਭੱਦੀ ਸ਼ਬਦਾਵਲੀ ਦੀ ਵਰਤੋਂ ਵਾਲਾ ਜਿਹੜਾ ਉਹ ਬੋਰਡ ਲਾਉਣ ਦੀ ਉਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ। ਜਦੋਂ ਉਹਨਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਕਿ ਤੁਸੀਂ ਬੋਰਡ ਵਗੈਰਾ ਜਿਹੜਾ ਉਹ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਇਸ ਤਰ੍ਹਾਂ ਨਾ ਲਾਓ ਜੀ, ਉਹਦੇ ਤੋਂ ਤੈਸ਼ ਵਿੱਚ ਆਣ ਕੇ ਉਹਨਾਂ ਨੇ ਜਿਹੜਾ ਸੀਗਾ ਉਹ ਅਹੁਦੇਦਾਰਾਂ ਨੂੰ ਗਾਲਾਂ ਕੱਢੀਆਂ
ਬੁਰਾ ਭਲਾ ਬੋਲਿਆ। ਇਸੇ ਦੌਰਾਨ ਇਹ ਜਿਹੜਾ ਹੈਗਾ ਉਹ ਸਾਡੇ ਮੁਲਾਜ਼ਮਾਂ ਨੇ ਜਿਹੜਾ ਉਹ ਬੋਰਡ ਜਿਹੜਾ ਸੀ ਉਹਨਾਂ ਲਾਇਆ, ਉਹਨੂੰ ਲਾ ਦਿੱਤਾ, ਜਿਸ ਤੋਂ ਉੱਧਰੋਂ ਉੱਧਰੀ ਆਪਸੀ ਕਲੈਸ਼ ਵੀ ਹੋਇਆ। ਔਰ ਇਸ ਚੀਜ਼ ਦਾ ਫਾਇਦਾ ਉਠਾ ਕੇ ਕੁਝ ਸੋਸ਼ਲ ਨੈਟਵਰਕ ਦੇ ਲੋਕ ਜਿਹੜੇ ਨੇ ਉਹ ਛੋਟੀ ਗੱਲ ਨੂੰ ਬਹੁਤ ਵੱਡਾ ਬਣਾ ਕੇ ਪੇਸ਼ ਕਰ ਰਹੇ ਆ। ਬਹੁਤ ਹੈਰਾਨੀਜਨਕ ਗੱਲ ਆ ਕਿ ਜਿਹੜੀ ਵਰਤੋਂ ਕਦੀ ਆਪਾਂ ਸਿੱਖ ਸੋਚ ਨਹੀਂ ਸਕਦੇ, ਉਹਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਦੀ ਜਿੰਨੀ ਵੀ ਨਖੇਦੀ ਹੋਵੇ ਉਹ ਥੋੜੀ ਆ। ਫਿਲਹਾਲ ਇਸ ਮਾਮਲੇ ਉੱਤੇ ਐਸਜੀਪੀਸੀ ਦੇ ਬੁਲਾਰੇ ਦਾ ਤਾਂ ਕਹਿਣਾ ਹੈ ਕਿ ਮਿਲ ਬੈਠ ਕੇ ਇਸ ਮਸਲੇ ਨੂੰ ਸੁਲਝਾ ਲਿਆ ਜਾਵੇਗਾ, ਪਰ ਫਿਲਹਾਲ ਜੋ ਘਟਨਾਕ੍ਰਮ ਬਣਿਆ ਹੋਇਆ ਲੱਗਦਾ ਨਹੀਂ ਕਿ ਇੰਨੀ ਜਲਦੀ ਇਸ ਮਾਮਲੇ ਨੂੰ ਸੁਲਝਾਇਆ ਜਾ ਸਕਦਾ। ਤੇ ਵੱਡੀ ਗੱਲ ਇਸ ਦੇ ਨਾਲ ਹੀ ਇਹ ਕਿਹਾ ਗਿਆ ਕਿ ਮੀਡੀਆ ਨੇ ਗਲਤ ਪੇਸ਼ਕਾਰੀ ਕੀਤੀ ਹੈ ਤੇ ਕੁਝ ਲੋਕ ਸੋਸ਼ਲ ਮੀਡੀਆ ਉੱਤੇ ਐਸਜੀਪੀਸੀ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ। ਇਸ ਤੋਂ ਪਹਿਲਾਂ ਜੇਕਰ 2 ਲੰਘੇ ਦਿਨ ਦੀ ਗੱਲ ਕਰੀਏ, ਸਿੱਖ ਫੈਡਰੇਸ਼ਨ ਦੇ ਵੱਲੋਂ ਸਿੱਖ ਯੂਥ ਫੈਡਰੇਸ਼ਨ ਦਾ ਜੋ ਸਮਾਗਮ ਕਰਵਾਇਆ ਗਿਆ ਸੀਗਾ, ਉਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਦਾ ਭਾਈ ਹਰਪ੍ਰੀਤ ਸਿੰਘ ਨੇ ਵੀ ਇਹ ਸਵਾਲ ਚੁੱਕੇ ਸਨ ਕਿ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਸਿੱਖਾਂ ਨੂੰ ਭੰਡਿਆ ਜਾ ਰਿਹਾ, ਸਿੱਖ ਜਥੇਬੰਦੀਆਂ ਨੂੰ ਬਦਨਾਮ ਕੀਤਾ ਜਾ ਰਿਹਾ, ਪਰ ਕਈ ਲੋਕ ਅਜਿਹੇ ਨੇ ਜੋ ਇਸ ਦਾ ਫਾਇਦਾ ਚੁੱਕਦੇ ਨੇ। ਪਰ ਇਸ ਬਿਆਨ ਦੇ ਉੱਤੇ ਸਵਾਲ ਵੀ ਖੜੇ ਇਹ ਹੋ ਜਾਂਦੇ ਨੇ ਕਿ ਜੇਕਰ ਅਜਿਹੇ ਮੌਕੇ ਮਿਲਦੇ ਨੇ ਤਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਜੋ ਸਿੱਖਾਂ ਦੇ ਖਿਲਾਫ ਪ੍ਰਚਾਰ ਕਰਦੇ ਨੇ ਤਾਂ ਉਹਨਾਂ ਨੂੰ ਮਸਾਲਾ ਮਿਲ ਜਾਂਦਾ ਕਿ ਇਸ ਨੂੰ ਵਧਾ ਚੜਾ ਕੇ ਪੇਸ਼ ਕਿਉਂ ਨਾ ਕੀਤਾ ਜਾਵੇ। ਸੋ ਘਟਨਾਕ੍ਰਮ ਹੋਈ ਹੈ, ਫੋਟੋਆਂ ਤਸਵੀਰਾਂ ਦੇ ਵਿੱਚ ਕਿਵੇਂ ਉੱਥੇ ਕੁੱਟਮਾਰ ਕੀਤੀ ਗਈ ਹੈ, ਸਿੰਘਾਂ ਦੀਆਂ ਪੱਗਾਂ ਪ੍ਰਕਰਮਾਂ ਦੇ ਵਿੱਚ ਰੁਲਦੀਆਂ ਪਈਆਂ ਨੇ, ਤਾਂ ਕਿਉਂ ਨਾ ਵਿਰੋਧੀ ਇਸ ਉੱਤੇ, ਕਿਉਂ ਨਾ ਜੋ ਸਿੱਖ ਕੌਮ ਦੇ ਖਿਲਾਫ ਨੇ ਤਾਂ ਕਿਉਂ ਨਹੀਂ ਬੋਲਣਗੇ। ਤਾਂ ਇਸ ਤਰੀਕੇ ਦੇ ਜੇਕਰ ਇਸ਼ੂ ਨੇ, ਜੋ ਮਸਲੇ ਨੇ ਉੱਭਰ ਕੇ ਆਉਂਦੇ ਨੇ ਤਾਂ ਬੋਲਣ ਵਾਲਿਆਂ ਨੂੰ ਵੀ ਮਸਾਲਾ ਜ਼ਰੂਰ ਮਿਲ ਜਾਂਦਾ। ਫਿਲਹਾਲ ਐਸਜੀਪੀਸੀ ਦੇ ਬੁਲਾਰੇ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਇਸ ਮਸਲੇ ਨੂੰ ਸੁਲਝਾ ਲਿਆ ਜਾਵੇਗਾ, ਪਰ ਹੁਣ ਦੇਖਣਾ ਹੋਵੇਗਾ ਕਿ ਮਸਲਾ ਸੁਲਝਦਾ, ਸਿੱਖ ਜਥੇਬੰਦੀਆਂ ਉੱਥੋਂ ਆਪਣਾ ਜੋ ਧਰਨਾ ਦਿੱਤਾ ਹੋਇਆ ਉਸ ਨੂੰ ਚੁੱਕਦੀਆਂ ਨੇ, ਪਰ ਕੀ ਇਸ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਤੇ ਰਾਜ਼ੀ ਹੁੰਦੀ ਹੈ ਕਿ ਟਾਸਕ ਫੋਰਸ ਦੇ ਜਿਨ੍ਹਾਂ ਵਿਅਕਤੀਆਂ ਦੇ ਵੱਲੋਂ, ਜਿਨ੍ਹਾਂ ਕਰਮਚਾਰੀਆਂ ਦੇ ਵੱਲੋਂ ਇਹ ਕੁੱਟਮਾਰ ਕੀਤੀ ਗਈ ਹੈ ਉਹਨਾਂ ਉੱਤੇ ਫੌਜਦਾਰੀ ਮਾਮਲਾ ਦਰਜ ਹੋਵੇਗਾ। ਤੇ ਸਭ ਤੋਂ ਵੱਡੀ ਗੱਲ ਜਿਸ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ 328 ਦੇ ਕਰੀਬ ਪਾਵਨ ਸਰੂਪ ਗਏ ਤਾਂ ਗਏ ਕਿੱਥੇ। ਇਸ ਮਾਮਲੇ ਦੇ ਵਿੱਚ ਐਸਜੀਪੀਸੀ ਦਾ ਕੀ ਰੁਖ ਹੋਵੇਗਾ? ਕਿ ਇੱਥੇ ਤੱਕ ਹੀ ਗੱਲ ਤਾਂ ਨਹੀਂ ਸੀਮਤ ਰਹਿ ਜਾਵੇਗੀ ਕਿ ਜੋ ਮੁਲਾਜ਼ਮ ਇਸ ਵਿੱਚ ਗੁਨਾਹਗਾਰ ਨੇ ਉਹ ਪੈਸੇ ਦਿੰਦੇ ਨੇ, ਭੇਟਾ ਦਿੰਦੇ ਨੇ ਤੇ ਆਪਣੇ ਗੁਨਾਹ ਨੂੰ ਮਾਫ ਕਰਵਾ ਲੈਂਦੇ ਨੇ, ਪਰ ਦੂਜੇ ਪਾਸੇ ਆਖਰ ਵੱਡਾ ਸਵਾਲ ਤਾਂ ਸਿੱਖ ਸੰਗਤ ਵਿੱਚ ਅੱਜ ਇਹੀ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪ ਲਾਪਤਾ ਹੋਏ ਨੇ, ਆਖਰ ਉਹ ਕਿੱਥੇ ਗਏ ਨੇ? ਕਿਤੇ ਉਹ ਆਰਐਸਐਸ ਦੇ ਕਿਸੇ ਕੇਂਦਰ ਤੇ ਤਾਂ ਨਹੀਂ, ਕਿਤੇ ਉਹ ਕਾਨਪੁਰ ਤਾਂ ਨਹੀਂ, ਜਾਂ ਫਿਰ ਕਿਸੇ ਡੇਰੇ ਦੇ ਵਿੱਚ ਜਾਂ ਕਿਸੇ ਸਿਫਾਰਸ਼ੀ ਦੇ ਘਰ ਵਿੱਚ ਨਹੀਂ ਰਹੇ। ਸੋ ਕਾਫੀ ਸਵਾਲ ਨੇ, ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਿੱਖ ਕੌਮ ਨੂੰ ਇਹਨਾਂ ਸਵਾਲਾਂ ਦਾ ਜਵਾਬ ਮਿਲਦਾ। ਸੋ ਅੱਜ ਦੇ ਸਟੋਰੀ ਆਫ ਦਾ ਡੇ ਦੇ ਵਿੱਚ ਇੰਨਾ ਹੀ, ਤੇ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।